ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀ ਦੇ ਨਾਲ ਜੁੜੀਆਂ ਖਾਸ ਅਪਡੇਟਸ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਤਹਿਤ ਹੋ ਰਹੀਆਂ ਮਹਾਂ ਪੰਚਾਇਤਾਂ ਦੇ ਵੱਲ ਕਰਾਂਗੇ। ਪੰਜਾਬ ਦੇ ਬਰਨਾਲਾ ਦੇ ਵਿੱਚ ਬੀਤੇ ਦਿਨੀ ਵੱਡੀ ਮਹਾਂ ਪੰਚਾਇਤ ਹੋਈ ਹੈ। ਇਸ ਮਹਾਂ ਪੰਚਾਇਤ ਦੇ ਵਿੱਚ ਕਿਸਾਨਾਂ ਦੇ ਵੱਲੋਂ ਠਾਠਾਂ ਮਾਰਦਾ ਇਕੱਠ ਕੀਤਾ ਗਿਆ। ਇਸ ਇਕੱਠ ਦੇ ਵਿੱਚ ਜੇਕਰ ਕਿਸਾਨਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਲਗਭਗ 1 ਲੱਖ ਤੋਂ ਵਧੇਰੇ ਕਿਸਾਨ ਇਸ ਮਹਾਂ ਪੰਚਾਇਤ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਹੁੰਚੇ ਸੀ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ ਦੇ ਲਈ ਇਹ ਬਰਨਾਲੇ ਦੀ ਮਹਾਂ ਪੰਚਾਇਤ ਕਾਫੀ ਵੱਡੀ ਮਹਾਂ ਪੰਚਾਇਤ ਸਿੱਧ ਹੋਈ ਹੈ। ਇੱਥੇ ਪਹੁੰਚੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਸਮੇਤ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਅਤੇ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਸਰਕਾਰ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ। ਕਿ ਕੁਝ ਕਹਿ ਰਹੇ ਨੇ ਪੰਜਾਬੀ ਕਲਾਕਾਰ ਅਤੇ ਕਿਸਾਨ ਆਗੂ, ਸੁਣਦੇ ਹਾਂ। ਮੈਨੂੰ बहुत खुशी है जी, क्योंकि सारी आवाम है जी हुण जाग चुकी है। 6 महीने हो गए, 6 तो वध ही हो गए कि जिहड़े किसान है अपने परिवारां नूं छड्ड के अपने कंमां-कारां नूं छड्ड के इस संघर्ष दे विच मोदी सरकार दे विरुद्ध डटे होए ने। सो मैनूं बहुत खुशी है क्योंकि सरकार है जिहड़ी हिल चुकी है ते हुण उहनूं कोई पासा नहीं लभ रहा कि असीं किधर दी निकलीए। सो मैनूं बहुत खुशी है, वो दिन दूर नहीं जदों असीं काले कानूनां नूं रद्द करा के अपने घरां 'च वापस आवांगे। देखो जो वोटर दे विच वड्डे इकट्ठ हुंदे ने, केंद्र ते असर पैंदा है, सरकारां ते असर पैंदा, राज सरकार ते असर पैंदा, जंगल जमीनां सब खोल लैणगे लड़ाई भरावो शुरू हो चुकी है सरकार। बिल्कुल दिल्ली मोर्चे ते भी असर पऊगा। दिल्ली मोर्चे ते असर क्यों नहीं पऊगा? एक बेटी आई है साडी खतरी लड़ रहे हैं खुशी सिंघेवाल तो मिठू सिंह गीत लाउणगे ना तो बाद आपको भी आ रहे हैं, राज्यपाल भी आ रहा है, रुद्दू मानसा आ रहा है, कुलवंत संधू आ रहा है। ਇਹ ਲੋਕਾਂ ਨੂੰ ਚੇਤਨ ਕਰਨ ਦੇ ਲਈ ਰੈਲੀ ਹੈਗੀ ਹੈ ਕਿ ਇਹ ਜਿਹੜੇ ਸਾਡੇ ਕਿਸਾਨ ਲੀਡਰ ਨੇ ਇਹ ਕੋਈ ਆਪਦੀ ਲੜਾਈ ਨਹੀਂ ਲੜ ਰਹੇ, ਥੋੜੀ ਲੜਾਈ ਲੜ ਰਹੇ ਨੇ। ਉਸ ਦੇ ਲਈ ਇਹ ਜਿਹੜੀਆਂ ਮਹਾਂ ਪੰਚਾਇਤਾਂ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਹਰਿਆਣਾ ਦੇ ਵਿੱਚ ਵੀ, ਯੂਪੀ ਦੇ ਵਿੱਚ ਵੀ, ਉੱਤਰਾਖੰਡ ਦੇ ਵਿੱਚ ਵੀ, ਰਾਜਸਥਾਨ ਦੇ ਵਿੱਚ ਵੀ, ਮੱਧ ਪ੍ਰਦੇਸ਼ ਦੇ ਵਿੱਚ ਵੀ ਜਿੱਥੇ ਕਿਤੇ ਹੋ ਰਹੀਆਂ ਨੇ, ਇਹ ਦੇਸ਼ ਦੀ ਇਕਨੋਮੀ ਦਾ ਜਿਹੜਾ ਇੱਕ ਢਾਂਚਾ ਹੈਗਾ ਉਹਨੂੰ ਵਿਕਸਿਤ ਕਰਨਗੀਆਂ। ਕਿਉਂਕਿ ਹੁਣ ਤੱਕ ਸਰਕਾਰਾਂ ਨੇ ਸਿਰਫ ਕਾਰਪੋਰੇਟ ਹਾਊਸਾਂ ਨੂੰ ਰਜਾਇਆ, ਕਾਰਪੋਰੇਟ ਹਾਊਸਿਸ ਦੇ ਲਈ ਕੰਮ ਕੀਤਾ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਨਾ ਕਿਰਤੀ ਨਾ ਕਿਸਾਨ ਉਹਦੇ ਲਈ ਕੁਝ ਨਹੀਂ ਕਰਦੀ ਤੇ ਕਾਰਪੋਰੇਟ ਹਾਊਸਾਂ ਨੂੰ ਰਜਾਉਂਦੇ ਨੇ, ਉਹਨਾਂ ਤੋਂ ਟੈਕਸ ਵਸੂਲ ਕਰਦੇ ਨੇ ਤੇ ਇਲੈਕਸ਼ਨਾਂ ਵਕਤ ਫੰਡ ਵਸੂਲ ਕਰਦੇ ਨੇ। ਬਸ ਇੰਨਾ ਕਿ ਤੰਤਰ ਅੰਤਰ ਹੈਗਾ। ਸੋ ਇਹ ਬਰਨਾਲੇ ਦੀ ਜਿਹੜੀ ਧਰਤੀ ਹੈਗੀ ਆ ਇਹ ਸੰਘਰਸ਼ਾਂ ਦੀ ਧਰਤੀ ਹੈ ਤੇ ਇਹ ਤੇ ਐਡਾ ਵੱਡਾ ਜਨ ਸਲਾਬ ਜਿਹੜਾ ਅੱਜ ਇਕੱਠਾ ਹੋ ਰਿਹਾ ਹੈ ਇਹ ਦਰਸਾ ਰਿਹਾ ਹੈ ਕਿ ਅੱਜ ਪੂਰਾ ਪੰਜਾਬ ਦਾ ਹਰ ਸ਼ਹਿਰ, ਹਰ ਕਸਬਾ, ਹਰ ਪਿੰਡ ਜਾਗਰਤ ਹੋ ਚੁੱਕਿਆ ਤੇ ਇਸ ਕਿਸਾਨੀ ਇਸ ਮੂਵਮੈਂਟ ਦੇ ਵਿੱਚ ਇੱਕ ਪਾਰਟ ਬਣ ਚੁੱਕਿਆ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਬੀਤੇ ਦਿਨੀ ਵਿਧਾਨ ਸਭਾ ਦਿੱਲੀ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਬੈਠਕ ਕੀਤੀ ਗਈ ਹੈ। ਦੱਸਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਠ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਡੀ ਮਹਾਂ ਪੰਚਾਇਤ ਕਰਨ ਜਾ ਰਹੇ ਨੇ। ਜਿਸ ਮਹਾਂ ਪੰਚਾਇਤ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਬੈਠਕ ਕੀਤੀ ਹੈ, ਜਿਸ ਬੈਠਕ ਦੇ ਵਿੱਚੋਂ ਉਹਨਾਂ ਨੇ ਸਮਰਥਨ ਦੀ ਵੀ ਮੰਗ ਕੀਤੀ ਹੋ ਸਕਦੀ ਹੈ। ਇਸ ਨੂੰ ਲੈ ਕੇ ਸੰਜੇ ਸਿੰਘ ਅਤੇ ਵੱਖ-ਵੱਖ ਸਿਆਸੀ ਆਗੂਆਂ ਦਾ ਆਮ ਆਦਮੀ ਪਾਰਟੀਆਂ ਦਾ ਬਿਆਨ ਹੈ, ਉਹ ਸੁਣਦੇ ਹਾਂ। भारतीय जनता पार्टी और केंद्र सरकार बार बार ये कह रही है कि इन कानूनों से किसानों का फ़ायदा है, लेकिन अभी तक वो एक भी फ़ायदा जनता को बताने में नाकाम रहे हैं। तो आज सब लोगों ने एक बार फिर से केंद्र सरकार से मांग की है कि इन तीनों कानूनों को तुरंत वापस लिया जाए और MSP सभी 23 फसलों को MSP पे खरीदने की गारंटी दी जाए और MSP जो है वो स्वामीनाथन रिपोर्ट के हिसाब से लागू की जाए। ये सब लोगों की मांग है। 28 तारीख को मेरठ में बहुत बड़ी किसान महापंचायत है और उसमें भारी संख्या में किसान मौजूद होंगे और उसके अंदर भी किसान महापंचायत के अंदर भी इन तीनों कानूनों के ऊपर चर्चा की जाएगी और इनको वापस लेने के लिए केंद्र सरकार से अपील की जाएगी। हमारी एक ही मांग है, MSP पर विधिक कानून बने, स्वामीनाथन रिपोर्ट पूर्ण लागू हो और कृषि कानून वापस हो। जब तक नहीं होंगे, जो किसान दिल्ली के बॉर्डर पर बैठे हुए हैं वो जू के तू अपने आंदोलन को जारी रखेंगे और हम पंचायतों के और गांव-गांव जाने के माध्यम से अपनी आवाज को बुलंद करने का काम करेंगे और निश्चित ही विजय किसानों की होगी। किसान की तो अपनी फसल के दाम को बेचने की लड़ाई है,
लेकिन पूरे देश की खाने की लड़ाई होगी। इस रोटी को तिजोरी का हिस्सा नहीं बनने देंगे। ये तीनों काला कानून वापस होना चाहिए और इस काला कानून को वापस कराने के लिए किसान अंतिम दम तक आंदोलन लड़ेगा, अंतिम दम तक आंदोलन करेगा। और अरविंद केजरीवाल जी ने भी उनको भरोसा दिलाया है कि हम पूरी तरीके से, हमारी पार्टी और पूरी आम आदमी पार्टी और एक एक कार्यकर्ता, विधायक, सांसद, हम लोग साथ देंगे पूरी तरीके से किसानों का। ਲਗਾਤਾਰ ਜਿਸ ਤਰ੍ਹਾਂ ਕਿਸਾਨਾਂ ਦੀਆਂ ਮਹਾਂ ਪੰਚਾਇਤਾਂ ਚੱਲ ਰਹੀਆਂ ਨੇ, ਇਹਨਾਂ ਮਹਾਂ ਪੰਚਾਇਤਾਂ ਦੇ ਵਿੱਚ ਹੁਣ ਸਿਆਸੀ ਦੌਰ ਕਿਸ ਤਰ੍ਹਾਂ ਵਧਦਾ ਜਾ ਰਿਹਾ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਵੀ ਮਹਾਂ ਪੰਚਾਇਤਾਂ ਦੇ ਵੱਲ ਵਧ ਰਹੇ ਨੇ ਤੇ ਉਧਰ ਕਾਂਗਰਸ ਪਾਰਟੀ ਦੇ ਵੱਲੋਂ ਵੀ ਲਗਾਤਾਰ ਪੂਰੇ ਮੁਲਕ ਦੇ ਵਿੱਚ ਕਿਸਾਨ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ। ਇਸ ਦੇ ਵਿੱਚ ਸਿਆਸਤ ਦੀ ਐਂਟਰੀ ਕਿਸਾਨ ਅੰਦੋਲਨ ਲਈ ਕਿੱਥੋਂ ਤੱਕ ਸਹੀ ਹੈ ਤੇ ਕਿੱਥੋਂ ਤੱਕ ਕਿਸਾਨ ਅੰਦੋਲਨ ਦੇ ਲਈ ਇਹ ਮਾਫਕ ਸਿੱਧ ਹੋ ਸਕਦੀ ਹੈ, ਇਸ ਦੇ ਲਈ ਚੱਲਦੇ ਹਾਂ ਸਿੱਧਾ ਹੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਕਿਸ ਤਰ੍ਹਾਂ ਇਹ ਜੋ ਸਿਆਸਤ ਦੀ ਐਂਟਰੀ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਲਗਾਤਾਰ ਹੁੰਦੀ ਜਾ ਰਹੀ ਹੈ, ਇਹਨੂੰ ਕਿੱਦਾਂ ਵੇਖ ਰਹੇ ਹੋ? ਗਗਨ, ਬੜਾ ਅਹਿਮ ਸਿਆਸੀ ਇਸ ਵਕਤ ਮਾਹੌਲ ਹੈ ਜਿਹੜਾ ਉਹ ਦੇਸ਼ ਦੇ ਵਿੱਚ ਵੀ ਔਰ ਵੱਖ-ਵੱਖ ਸੂਬਿਆਂ ਦੇ ਵਿੱਚ ਬਣ ਰਿਹਾ। ਰਾਜਸਥਾਨ ਦੇ ਵਿੱਚ ਵੀ ਕਿਸਾਨ ਅੰਦੋਲਨ ਦੇ ਵਿੱਚ ਕਾਫੀ ਜ਼ਿਆਦਾ ਤੇਜ਼ੀ ਆਈ ਹੈ ਔਰ ਉੱਥੇ ਵੀ ਸਿਆਸਤ ਬਹੁਤ ਭਖੀ ਹੈ। ਰਾਜਸਥਾਨ ਦੀ ਸਰਕਾਰ ਵੀ ਕਿਸਾਨਾਂ ਦੀ ਹਮਾਇਤ 'ਤੇ ਹੈ। ਅਰਵਿੰਦ ਕੇਜਰੀਵਾਲ ਦੇਖੋ, ਤੁਸੀਂ ਹੁਣੀ ਰਿਪੋਰਟ ਵੀ ਦਿਖਾਈ ਹੈ। ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ 'ਚ ਮੀਟਿੰਗ ਕੀਤੀ ਹੈ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂਆਂ ਦੇ ਨਾਲ ਔਰ ਮੇਰਠ 'ਚ ਅਰਵਿੰਦ ਕੇਜਰੀਵਾਲ ਹੁਣ ਮਹਾ ਪੰਚਾਇਤ ਕਰਨਗੇ। ਕਿਤੇ ਨਾ ਕਿਤੇ ਹਰ ਪੋਲੀਟੀਕਲ ਪਾਰਟੀ ਦੀ ਹੁਣ ਇਹ ਇੱਛਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਰਾਜ਼ਗੀ ਹੈ ਕਿਉਂਕਿ ਕਿਸਾਨਾਂ ਦੀ, ਇਸ ਕਰਕੇ ਕਿਤੇ ਨਾ ਕਿਤੇ ਅਸੀਂ ਕਿਸਾਨ ਅੰਦੋਲਨ ਹੈ ਜਿਹੜਾ ਉਹਨੂੰ ਬੈਕ ਕਰੀਏ, ਉਹਦੀ ਤਾਕਤ ਬਣੀਏ ਕਿਸਾਨ ਅੰਦੋਲਨ ਦੀ ਔਰ ਖੁਦ ਵੀ ਕਿਤੇ ਨਾ ਕਿਤੇ ਉਹਦੇ ਨਾਲ ਸਿਆਸੀ ਫਾਇਦਾ ਵੀ ਮਿਲੂਗਾ ਔਰ ਕਿਸਾਨਾਂ ਦੇ ਹੱਕ ਦੀ ਗੱਲ ਵੀ ਕੀਤੀ ਜਾਊਗੀ। ਇਸੇ ਤਰ੍ਹਾਂ ਕਾਂਗਰਸ ਹੈ, ਦੇਖੋ ਰਾਹੁਲ ਗਾਂਧੀ ਕਿਸਾਨ ਪੰਚਾਇਤ 'ਚ ਜਾ ਚੁੱਕੇ ਨੇ। ਰਾਜਸਥਾਨ 'ਚ ਸਾਨੂੰ ਪਤਾ ਹੈ ਬਹੁਤ ਵੱਡੀ ਟਰੈਕਟਰ ਰੈਲੀ ਕੀਤੀ ਰਾਹੁਲ ਗਾਂਧੀ ਨੇ। ਪ੍ਰਿੰਕਾ ਗਾਂਧੀ ਮਹਾ ਪੰਚਾਇਤ 'ਚ ਜਾ ਚੁੱਕੇ ਨੇ। ਸੋ ਮਹਾ ਪੰਚਾਇਤਾਂ ਦਾ ਇੱਕ ਦੌਰ ਹੈ ਜਿਹੜਾ ਸ਼ੁਰੂ ਹੋਇਆ ਮੁਲਕ ਦੇ ਵਿੱਚ। ਕੇਜਰੀਵਾਲ ਨੇ ਮੀਟਿੰਗ ਕੀਤੀ ਹੈ, ਦੇਖੋ ਬਰਨਾਲੇ 'ਚ ਮਹਾ ਪੰਚਾਇਤ ਹੋਈ ਹੈ। ਸੋ ਜਿਹੜੀ ਸਿਆਸਤ ਹੈ, ਸਿਆਸਤ ਕੋਲੇ ਇੱਕ ਮੌਕਾ ਹੈ। ਸਿਆਸਤ ਚਾਹੁੰਦੀ ਹੈ ਵੀ ਕਿਤੇ ਨਾ ਕਿਤੇ ਅਸੀਂ ਕਿਸਾਨਾਂ ਦੇ ਇਸ ਅੰਦੋਲਨ 'ਚ ਉਹਨਾਂ ਦਾ ਸਾਥੀ ਬਣੀਏ। ਪਹਿਲਾਂ ਵੀ ਕੋਸ਼ਿਸ਼ ਕੀਤੀ ਕਿਸਾਨ ਅੰਦੋਲਨ ਜਦੋਂ ਸਿੰਘੂ ਬਾਰਡਰ ਭਖਿਆ ਹੋਇਆ ਸੀ, ਉਦੋਂ ਪੋਲੀਟੀਕਲ ਪਾਰਟੀਆਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਕਿਸਾਨ ਅੰਦੋਲਨ ਦਾ ਹਿੱਸਾ ਬਣੀਏ, ਲੇਕਿਨ ਸਿੰਘੂ ਬਾਰਡਰ ਦੇ ਉੱਤੇ ਨੋ ਐਂਟਰੀ ਸੀ ਪੋਲੀਟੀਕਲ ਪਾਰਟੀਆਂ ਦੀ। ਕੁਝ ਸਥਾਨਕ ਐਮਐਲਏਆਂ ਨੂੰ ਛੱਡ ਕੇ ਨਾ ਕਾਂਗਰਸ, ਨਾ ਅਕਾਲੀ ਦਲ ਔਰ ਨਾ ਆਮ ਆਦਮੀ ਪਾਰਟੀ, ਸਿੰਘੂ ਬਾਰਡਰ ਦੇ ਮੰਚ 'ਤੇ ਕਿਸੇ ਲੀਡਰ ਨੂੰ ਬੋਲਣ ਨਹੀਂ ਦਿੱਤਾ ਗਿਆ। ਪਰ ਜਦੋਂ ਰਕੇਸ਼ ਟਕੈਤ ਦੇ ਹੰਝੂ ਆਏ, ਉਸ ਤੋਂ ਬਾਅਦ ਵੱਡਾ ਜਨ ਸਮਰਥਨ ਮਿਲਿਆ। ਰਕੇਸ਼ ਟਕੈਤ ਦੇ ਮੰਚ 'ਤੇ ਪੋਲੀਟੀਕਲ ਲੋਕਾਂ ਦਾ ਆਉਣਾ ਜਾਣਾ ਫਿਰ ਸ਼ੁਰੂ ਹੋਇਆ। ਸੁਖਬੀਰ ਬਾਦਲ ਗਏ, ਸੰਜੇ ਰਾਊਤ ਆਏ ਮਹਾਰਾਸ਼ਟਰ ਤੋਂ ਖਾਸ ਤੌਰ 'ਤੇ। ਸੋ ਹੁਣ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਅਸੀਂ ਵੀ ਕਿਸਾਨ ਅੰਦੋਲਨ ਦਾ ਹਿੱਸਾ ਬਣੀਏ, ਕਿਸਾਨ ਅੰਦੋਲਨ ਦੀ ਤਾਕਤ ਬਣੀਏ ਅਤੇ ਅਸੀਂ ਉਹਦੇ ਨਾਲ ਕਿਸਾਨਾਂ ਦੇ ਵੋਟ ਬੈਂਕ ਦਾ ਇੱਕ ਹਿੱਸਾ ਹਾਸਲ ਕਰੀਏ। ਸੋ ਮੈਂ ਇਹ ਕਹਿਣਾ ਚਾਹੂੰਗਾ ਕਿ ਪੋਲੀਟੀਕਲ ਪਾਰਟੀਆਂ ਖੁੱਲ੍ਹ ਕੇ ਕਿਸਾਨ ਅੰਦੋਲਨ ਦੇ ਨਾਲ ਤੁਰਨ ਨੂੰ ਹੁਣ ਤਿਆਰ ਨੇ, ਪਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਪੋਲੀਟੀਕਲ ਪਾਰਟੀਆਂ ਨੂੰ ਨਾਲ ਭਾਵੇਂ ਉਹ ਜ਼ਰੂਰ ਲੈਣ, ਪਰ ਆਪਣਾ ਏਕਾ ਕਿਸਾਨ ਮਜ਼ਬੂਤ ਰੱਖਣ ਔਰ ਕਿਸਾਨ ਆਪਣੇ ਟੀਚੇ ਦੇ ਉੱਤੇ ਰਹਿਣ। ਔਰ ਇਹ ਵੀ ਇੱਕ ਸੁਝਾਅ ਲਗਾਤਾਰ ਆ ਰਹੇ ਨੇ, ਕੈਪਟਨ ਅਮਰਿੰਦਰ ਦਾ ਵੀ ਸੁਝਾਅ ਆਇਆ ਕਿ ਅਗਰ 2 ਸਾਲ ਲਈ ਪੇਸ਼ਕਸ਼ ਕੋਈ ਆਉਂਦੀ ਹੈ ਤਾਂ ਪਹਿਲਾਂ ਵੀ ਨਰਿੰਦਰ ਤੋਮਰ ਉਹਨਾਂ ਦੀ ਸਰਕਾਰ 1.5 ਸਾਲ ਲਈ, ਕੇਂਦਰੀ ਸਰਕਾਰ 1.5 ਸਾਲ ਲਈ ਸੁਝਾਅ ਦੇ ਚੁੱਕੀ ਹੈ ਕਿ ਅਸੀਂ 1.5 ਸਾਲ ਲਈ ਮੁਲਤਵੀ ਕਰਦੇ ਹਾਂ। ਸੋ ਕਿਸਾਨਾਂ ਨੂੰ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਪਊਗਾ। ਪਰ ਮੇਰਾ ਇਹ ਮੰਨਣਾ ਹੈ ਕਿ ਅਗਰ 2 ਸਾਲ ਦਾ ਪ੍ਰਸਤਾਵ ਆਉਂਦਾ ਜਾਂ 1.5 ਸਾਲ ਦਾ ਪ੍ਰਸਤਾਵ ਪਹਿਲਾਂ ਸੀ, ਕਿਸਾਨਾਂ ਨੂੰ ਹਾਂ ਪੱਖੀ ਹੁੰਗਾਰੇ ਨਾਲ ਉਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਕੋਈ ਵਧੀਆ ਸਮਝੌਤਾ ਵੀ ਅਗਰ ਇਹਨਾਂ ਖੇਤੀ ਕਾਨੂੰਨਾਂ 'ਤੇ ਹੋ ਜੇ, ਉਹਦੇ 'ਚ ਕਿਸਾਨੀ ਦਾ ਨੁਕਸਾਨ ਨਹੀਂ। ਬਾਕੀ ਅਗਰ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਤੋਂ ਬਿਨਾਂ ਹੋਰ ਕੋਈ ਮੰਗ ਨਹੀਂ ਰੱਖ ਰਹੇ, ਫਿਰ ਵੀ ਮੈਂ ਕਿਸਾਨਾਂ ਦੀ ਜਿਹੜੀ ਮੰਗ ਹੈ ਜਾਂ ਉਹਨਾਂ ਦੇ ਅੰਦੋਲਨ ਦਾ ਸਮਰਥਨ ਕਰਦਾ। ਮੇਰੀ ਸੋਚ ਇਹ ਹੈ ਕਿ ਕਿਸਾਨਾਂ ਨੂੰ ਕਿਤੇ ਨਾ ਕਿਤੇ ਬਹੁਤ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ। ਅਗਰ ਉਹ 1.5 ਸਾਲ ਜਾਂ 2 ਸਾਲ ਲਈ ਇਹਨਾਂ ਕਾਨੂੰਨਾਂ ਦੇ ਮੁਲਤਵੀ ਹੋਣ 'ਤੇ ਸਮਝੌਤਾ ਕਰਨਾ ਚਾਹੁੰਦੇ ਨੇ ਜਾਂ ਉਹ ਖੇਤੀ ਕਾਨੂੰਨ ਰੱਦ ਹੀ ਕਰਾਉਣਾ ਚਾਹੁੰਦੇ ਨੇ। ਸੋ ਕਿਉਂਕਿ ਸਰਕਾਰ ਵੀ ਆਪਣੀ ਹੈ, ਭਾਵੇਂ ਸਰਕਾਰ ਇਸ ਵਕਤ ਨਹੀਂ ਸਮਝ ਰਹੀ ਜਾਂ ਨਹੀਂ ਸਰਕਾਰ ਕਿਸੇ ਗੱਲ ਤੋਂ ਸਹਿਮਤ ਹੈਗੀ, ਕਿਸਾਨਾਂ ਦੀ ਗੱਲ ਨੂੰ ਨਹੀਂ ਸਮਝ ਰਹੀ, ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਬਹੁਤ ਸੋਚ ਸਮਝ ਕੇ ਇਸ ਮਾਮਲੇ 'ਚ ਅੱਗੇ ਵਧਣ ਦੀ ਲੋੜ ਹੈ। ਉਧਰ ਬੀਤੇ ਦਿਨੀ ਦੇਸ਼ ਦੇ ਵਿੱਚ ਨੀਤੀ ਆਯੋਗ ਦੀ 6ਵੀਂ ਬੈਠਕ ਸੰਪੰਨ ਹੋਈ ਹੈ। ਇਸ 6ਵੀਂ ਬੈਠਕ ਦੇ ਵਿੱਚ ਖਾਸ ਤੌਰ ਤੇ ਉੱਤੇ ਵੱਖ-ਵੱਖ ਮਸਲਿਆਂ ਦੇ ਚਰਚਾ ਦੇ ਸਮੇਤ ਖੇਤੀਬਾੜੀ ਨੂੰ ਲੈ ਕੇ ਵੀ ਚਰਚਾ ਹੋਈ ਹੈ। ਪਰ ਇਸ ਮੌਕੇ ਦੇ ਉੱਤੇ ਨੀਤੀ ਆਯੋਗ ਦੇ ਆਗੂਆਂ ਦਾ, ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਦੇ ਦੌਰਾਨ ਕਿਸੇ ਵੀ ਪੱਖ ਤੋਂ ਪੰਜਾਬ ਦੇ ਵਿੱਚੋਂ खेती कानून वापस लेने को लेके कोई चर्चा नहीं की गई। ये पहली चीज तो कि जैसा आप कह रहे हैं
पंजाब के मुख्यमंत्री ने कहीं शिरकत नहीं करी, मगर उनको वो रिलीज इत्तेफाक से मैंने नहीं देखा है क्योंकि वो अभी आया होगा। मगर ये मैं आपको आश्वासन देता हूं कि किसी ने भी फार्म लॉज के बारे में कोई भी चर्चा आज की मीटिंग में नहीं हुई, क्योंकि कृषि क्षेत्र की चर्चा हुई। कृषि क्षेत्र कैसे, मतलब कई राज्यों ने कहा कि वो कृषि प्रधान राज्य हैं, कैसे उसमें वो आगे बढ़ा रहे। सिक्किम ने कहा, बिहार ने कहा, कई लोगों ने कहा, मगर कहीं पर भी ये चर्चा नहीं हुई, इस बारे में चर्चा नहीं हुई कि ये जो 3 फार्म लॉज हैं उनको रिपील किया जाए, इस तरह की कोई भी नहीं बात। उधर कैप्टन अमरिंदर सिंह ਦੇ ਉੱਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਰੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਦੋਚੇਤੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪਾ ਰਹੇ ਨੇ। ਦੇਖੋ, ਮੁੱਖ ਮੰਤਰੀ ਸਾਹਿਬ ਦੇ ਜਿੰਨੇ ਵੀ ਬਿਆਨ ਹੈਗੇ ਆ, ਮੈਂ ਸਮਝਦਾ ਉਹ ਕੇਂਦਰ ਤੋਂ ਪ੍ਰਭਾਵਿਤ ਬਿਆਨ ਹਮੇਸ਼ਾ ਜਿਹੜੇ ਆ ਉਹ ਹੁੰਦੇ ਹੈਗੇ ਆ। ਇਹੀ 1.5-2 ਸਾਲ ਦਾ ਕੈਂਸਲ ਸਸਪੈਂਡ ਕਰਨ ਲਈ ਤਾਂ ਕੇਂਦਰ ਦਾ ਪ੍ਰਸਤਾਵ ਜਿਹੜਾ ਉਹ ਕਿਸਾਨ ਸਮੂਹ ਜਥੇਬੰਦੀਆਂ ਜਿਹੜੀਆਂ ਉਹ ਰੱਦ ਕਰ ਚੁੱਕੀਆਂ। ਔਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਿੱਥੋਂ ਆ ਗਈ ਕਿ ਕੇਂਦਰ ਦੀ ਜਿਹੜੀ ਇਹ ਪ੍ਰਪੋਜ਼ਲ ਹੈ ਇਹ ਕਿਸਾਨਾਂ ਨੂੰ ਮੰਨ ਲੈਣੀ ਚਾਹੀਦੀ ਹੈ। ਮੈਂ ਸਮਝਦਾ ਕਿ ਜੋ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਜੋ ਕੇਂਦਰ ਸਰਕਾਰ ਕਹਿੰਦੀ ਹੈ, ਕੈਪਟਨ ਅਮਰਿੰਦਰ ਸਿੰਘ ਉਹੀ ਜਿਹੜੇ ਹੈਗੇ ਆ ਸਟੈਂਡ ਲੈਂਦੇ ਆ ਔਰ ਉਹੀ ਗੱਲ ਕਰਦੇ ਆ। ਜ਼ਿਆਦਾਤਰ ਕਿੰਤੂ ਪ੍ਰੰਤੂ ਜਾਂ ਜੋ ਇਹਨੂੰ ਗੱਲਾਂ ਨੇ ਉਹ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤਾਂ ਕਿਸਾਨ ਦਾ ਕਰ ਸਕਦੇ ਆ, ਪਰ ਸਿਆਸੀ ਤੌਰ ਤੇ ਇੱਕ ਗੱਲ ਕਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ 2017 'ਚ ਖੁਦ ਕਾਨੂੰਨ ਪਾਸ ਕੀਤੇ, ਇਹਨਾਂ ਦੇ ਕੇਂਦਰ ਦੇ ਚੋਣ ਮੈਨੀਫੈਸਟੋ ਦੇ ਵਿੱਚ APMC ਐਕਟ ਬਿਲਕੁਲ ਰੱਦ ਕਰਨ ਲਈ ਗੱਲਾਂ ਲਿਖੀਆਂ ਸੀਗੀਆਂ, ਹੋਰ ਬੜਾ ਕੁਝ ਲਿਖਿਆ ਸੀ। ਇਸ ਕਰਕੇ ਉਸੇ ਤੇ ਪਹਿਰਾ ਦਿੰਦੇ ਹੋਏ ਇਹ ਇਸ ਸਮੇਂ ਬਿਲਕੁਲ ਕਿਸਾਨੀ ਬਿੱਲਾਂ ਦੇ ਲਗਭਗ ਹਿੱਤ 'ਚ ਭੁਗਤਦੇ ਔਰ ਖਾਸ ਕਰਕੇ ਕੇਂਦਰ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਤੇ ਮੋਹਰ ਲਾਉਂਦੇ ਨਜ਼ਰ ਆ ਰਹੇ ਆ, ਜਿਹੜਾ ਕਿ ਅਤ ਨਿੰਦਣਯੋਗ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਾ ਹੀ, ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।